ਇੱਕ ਓੰਕਾਰ ਸਤਿਗੁਰ ਪ੍ਰਸਾਦਿ। ਫਿਰਤ ਫਿਰਤ ਪ੍ਰਭ ਆਇਆ, ਪਰਿਆ ਤੋ ਸਰਨਾਏ। ਨਾਨਕ ਕੀ ਪ੍ਰਭੂ ਬੇਨਤੀ, ਆਪਣੀ ਭਗਤੀ ਲਾਏ। ਸਰਬ ਕਲਾ ਸਮਰੱਥ ਹੇ ਸੱਚੇ ਪਾਤਸ਼ਾਹ, ਆਪ ਜੀ ਦਾ ਬੇਅੰਤ ਕੋਟਾਨ ਕੋਟ ਸ਼ੁਕਰ ਹੈ। ਇਹ ਜੋ ਸਮਾਂ ਆਪ ਜੀ ਨੇ ਗੁਰਬਾਣੀ ਸ਼ਬਦ ਵਿਚਾਰਨ ਦਾ ਬਖਸ਼ਿਸ਼ ਕੀਤਾ, ਸੋ ਚੱਲ ਰਹੀ ਗੁਰਬਾਣੀ ਸ਼ਬਦ ਦੀ ਜੋ ਵਿਚਾਰ ਆਪਾਂ ਸਾਰੇ ਰਲ ਕੇ ਗੁਰਸਿੱਖ ਕਰ ਰਹੇ ਹਾਂ। ਅੱਜ ਦਾ ਜੋ ਵਚਨ ਹੈ ਉਹ ਹੈ ਅਕਾਲ ਮੂਰਤ। ਏਕ ਓੰਕਾਰ ਹੀ ਅਕਾਲ ਮੂਰਤ ਹੈ, ਭਾਵ ਕਿ ਜਿਹੜਾ ਸਮਰੱਥ ਹੈ, ਸਲਾਮਤ ਹੈ, ਇੱਕ ਹੈ, ਉਹੀ ਅਕਾਲ ਹੈ। ਇੱਕ ਹੋ ਕੇ ਹੀ ਕਾਲ ਤੋਂ ਰਹਿਤ ਹੋਇਆ ਜਾ ਸਕਦਾ ਹੈ। ਭਾਵ ਕਿ ਜਿਹੜਾ ਅਕਾਲ ਮੂਰਤ ਹੈ ਉਸ ਦੇ ਉੱਪਰ ਕਾਲ ਦਾ ਪ੍ਰਭਾਵ ਨਹੀਂ ਹੁੰਦਾ। ਇਸੇ ਕਰਕੇ ਹੀ ਉਸ ਦੀ ਮੂਰਤੀ ਹੈ, ਭਾਵ ਕਿ ਸਰੂਪ ਹੈ, ਮੂਰਤ ਹੈ। ਮੂਰਤ ਜਾਂ ਸਰੂਪ ਉਹ ਸਦਾ ਰਹਿੰਦਾ, ਉਹ ਖਤਮ ਨਹੀਂ ਹੋ ਸਕਦਾ। ਜਿਹੜੀ ਚੀਜ਼ ਨੇ ਖਤਮ ਹੋਣਾ ਉਹ ਮਾਇਆ ਹੈ। ਇਸੇ ਕਰਕੇ ਉਹ ਸਦਾ ਰਹਿੰਦਾ। ਸਤਿਗੁਰ ਮੇਰਾ ਸਦਾ ਸਦਾ, ਨਾ ਆਵੇ ਨਾ ਜਾਏ। ਉਹ ਅਵਨਾਸੀ ਪੁਰਖ ਹੈ, ਸਭ ਮੇਰੇ ਹਸਮਾਏ। ਸੋ ਸਦਾ ਸਦਾ ਹੀ ਏਕ ਓੰਕਾਰ ਹੈ, ਭਾਵੇਂ ਰਚਨਾ ਹੈ ਭਾਵੇਂ ਰਚਨਾ ਨਹੀਂ, ਪਰ ਅਕਾਲ ਮੂਰਤ ਹੈ ਹੀ ਹੈ। ਜਿਹੜੀ ਜੋਤ ਸਾਡੇ ਇਸ ਹਿਰਦੇ ਵਿੱਚ ਹੈ ਉਹ ਵੀ ਅਕਾਲ, ਖਤਮ ਉਸਨੇ ਵੀ ਨਹੀਂ ਹੋਣਾ। ਬਸ ਉਸ ਦੇ ਅੰਦਰ ਕਮੀ ਹੈ। ਸੋ ਕਮੀ ਕੀ ਹੈ ਕਿ ਉਹ ਮੂਰਤ ਨਹੀਂ ਹੈ, ਸਰੂਪ ਨਹੀਂ ਹੈ, ਉਸ ਦਾ ਕਰੂਪ ਹੈ। ਜਿਵੇਂ ਪਾਤਸ਼ਾਹ ਕਹਿੰਦੇ ਆ, ਕਰੂਪ ਕੁਜਾਤ ਕੁਲੱਖਣੀ। ਅਕਾਲ ਜੋਤੀ ਦੀ ਸੁਰਤ ਜੋਤ ਹੈ, ਜੋ ਆਤਮ ਹੈ, ਉਹ ਮਾਇਆ ਦੇ ਪ੍ਰਭਾਵ ਨੂੰ ਕਬੂਲ ਕਰਦੀ ਹੈ। ਤਾਂ ਹੀ ਕਿਹਾ ਅਕਾਲ ਮੂਰਤ ਨੇ ਕਿ ਪਹਿਲਾਂ ਮਰਨ ਕਬੂਲ, ਜੀਵਨ ਕੀ ਛੱਡ ਆਸ। ਹੋ ਸਭਨਾ ਕੀ ਰੇਣਕਾ, ਤਉ ਆਓ ਹਮਾਰੇ ਪਾਸ। ਹੁਣ ਮਰਨ ਨੂੰ ਕਬੂਲਣਾ ਹੈ। ਮਰਨ ਕਬੂਲਣਾ ਕੀ ਹੁੰਦਾ? ਭਾਵ ਕਿ ਆਪਣੀ ਇੱਛਾ ਛੱਡਣੀ ਹੈ। ਇੱਛਾ ਜਿਹੜੀ ਜੋਤੀ ਭਵ ਸਾਗਰ ਦੇ ਅੰਦਰ ਹੈ, ਉਹਦੀ ਜਿਹੜੀ ਇੱਛਾ ਹੈ ਉਹੀ ਕਾਲ ਹੈ। ਤੇ ਜੇ ਇੱਛਾ ਮਾਇਆ ਦੀ ਨਾ ਹੋਵੇ, ਸੱਚ ਦੀ ਹੋਵੇ, ਫਿਰ ਅਕਾਲ ਹੈ। ਗੁਰਬਾਣੀ ਕਹਿੰਦੀ ਹੈ ਕਾਲ ਕਲਪਨਾ ਕਦੇ ਨਾ ਖਾਏ। ਫਿਰ ਕਾਲ ਹੈ ਜਿਹੜੀ ਕਲਪਨਾ ਮਾਇਆ ਦੀ ਇੱਛਾ ਹੈ, ਉਹ ਕਦੇ ਨਹੀਂ ਤਕਲੀਫ ਦੇ ਸਕਦੀ। ਪਰ ਜੇ ਇੱਛਾ ਹੁਕਮ ਦੀ ਹੋਵੇ, ਜੇ ਜੋਤੀ ਦੇ ਅੰਦਰੋਂ ਸੱਚ ਦੀ ਇੱਛਾ ਪ੍ਰਗਟ ਹੈ, ਤਾਂ ਫਿਰ ਇਹੀ ਜੋਤੀ ਅਕਾਲ ਮੂਰਤ ਹੈ। ਤੇ ਜੇ ਜੋਤੀ ਦੇ ਅੰਦਰ ਇੱਛਾ, ਪ੍ਰਾਤਮਾ ਦੇ ਅੰਦਰ ਇੱਛਾ ਮਾਇਆ ਦੀ ਹੈ, ਫਿਰ ਇਹ ਕਾਲ ਮੂਰਤ ਹੈ।
ਸੋ ਮਰਨ ਕਬੂਲਣਾ ਭਾਵ ਮੂਲ ਦੇ ਅਨੁਸਾਰ ਹੀ ਹੋਣਾ ਹੈ। ਜੀਵਨ ਕੀ ਛੱਡ ਆਸ, ਭਾਵ ਜਿਸ ਨੂੰ ਤੂੰ ਜੀਵਨ ਮੰਨਦਾ ਹੈ, ਅਸਲ ਵਿੱਚ ਉਹ ਜੀਵਨ ਨਹੀਂ ਹੈ। ਹੇ ਮੇਰੇ ਮਨਾ, ਤੂੰ ਇਹ ਸਰੀਰ ਦੇ ਨਾਲ ਜਿੰਨਾ ਵੀ ਸਮਾਂ ਇਸ ਮਿਰਤ ਲੋਕ 'ਚ ਗੁਜ਼ਾਰਦਾ ਹੈ, ਤੂੰ ਇਸੇ ਨੂੰ ਜੀਵਨ ਸਮਝਦਾ ਹੈ। ਜੇ ਤਾਂ ਮਾਇਆ ਦੇ ਸੁੱਖ ਹੈਗੇ ਤਾਂ ਫਿਰ ਤਾਂ ਜੀਵਨ ਬੜਾ ਸੌਖਾ ਸਮਝਦਾ ਹੈ। ਜੇ ਮਾਇਆ ਕੋਲ ਨਹੀਂ, ਫਿਰ ਕਹਿੰਦਾ ਵੀ ਜੀਵਨ ਦਾ ਕੋਈ ਫਾਇਦਾ ਨਹੀਂ। ਤੇਰਾ ਸਾਰਾ ਦਾਰੋ ਮਦਾਰ ਹੈ ਬਾਹਰਲੇ ਸਰੀਰ ਤੇ ਖੜਾ ਹੈ, ਪਰ ਜਿਹੜੇ ਗੁਰਮੁਖ ਨੇ ਉਹਨਾਂ ਦਾ ਅਸਲੀ ਸਰੀਰ ਤੇ ਖੜਾ ਹੈ। ਜਿਵੇਂ ਪਾਤਸ਼ਾਹ ਕਹਿੰਦੇ, ਦੇਹੀ ਗੁਪਤ ਬਦੇਹੀ ਦਿਸੈ। ਆ ਜਿਹੜੀ ਬਾਹਰ ਦਿਸਦੀ ਹੈ ਬਦੇਹੀ ਹੈ, ਦੇਹੀ ਤਾਂ ਗੁਪਤ ਹੈ। ਉਹਨਾਂ ਨੂੰ ਉਹ ਦੇਹੀ ਦੀਂਦੀ ਹੈ, ਸਾਨੂੰ ਬਦੇਹੀ ਦੀਂਦੀ ਹੈ। ਇਸੇ ਕਰਕੇ ਹੀ ਮੇਰੇ ਮਨਾ, ਤੇਰੇ ਅੰਦਰ ਮਾਇਆ ਦੀਆਂ ਇੱਛਾਵਾਂ ਨੇ। ਮਾਇਆ ਦੀ ਪੂਰਤੀ ਵਾਸਤੇ ਤੂੰ ਇਸ ਸੰਸਾਰ ਦੇ ਅੰਦਰ ਧਰਮ ਕਰਮ ਵੀ ਕਰੀ ਜਾਂਦਾ। ਸੋ ਜੀਵਨ ਕੀ ਛੱਡ ਆਸ, ਜਿਹਨੂੰ ਤੂੰ ਜੀਵਨ ਕਹਿੰਦਾ, ਇਹ ਜੀਵਨ ਨਹੀਂ ਹੈ, ਇਹ ਮਾਇਆ ਦਾ ਜਾਲ ਹੈ। ਇਸ ਨੂੰ ਛੱਡ ਦੇ। ਔਰ ਜਿੰਨਾ ਚਿਰ ਇਹ ਛੱਡਿਆ ਨਹੀਂ ਜਾਂਦਾ, ਉਨਾ ਚਿਰ ਉਹਨਾਂ ਦੇ ਪਾਸ ਨਹੀਂ ਜਾਇਆ ਜਾਂਦਾ, ਕਿਉਂਕਿ ਉੱਥੇ ਸਰੀਰ ਨਹੀਂ ਜਾਂਦਾ। ਉੱਥੇ ਨਾ ਸਰੀਰ ਦੀ ਇੱਛਾ ਜਾਂਦੀ ਹੈ, ਨਾ ਸਰੀਰ ਦੀਆਂ ਲੋੜਾਂ ਜਾਂਦੀਆਂ ਨੇ। ਉੱਥੇ ਜਾਂਦੀ ਹੈ ਜੋਤੀ। ਜਿਵੇਂ ਪਾਤਸ਼ਾਹ ਕਹਿੰਦੇ, ਜਾਣੋ ਜੋਤ ਨਾ ਪੁੱਛੋ ਜਾਤੀ, ਅੱਗੇ ਜਾਤ ਨਾ ਹੈ। ਕਿ ਹੇ ਮਨਾ, ਆਪਣੇ ਆਪ ਨੂੰ ਤੂੰ ਜਾਣ, ਨਾ ਜਾਣੋ ਜਾਤੀ। ਤੂੰ ਕਿਸੇ ਦੇ ਸਰੀਰ ਵੱਲ ਕਿਉਂ ਆਪਣਾ ਧਿਆਨ ਰੱਖਦਾ ਹੈ? ਜਦ ਤੂੰ ਕਿਸੇ ਦੇ ਸਰੀਰ ਨਾਲ ਜੁੜੇਗਾ ਤਾਂ ਸਰੀਰ ਤਾਂ ਫਿਰ ਤੇਰੇ ਕੋਲ ਵੀ ਹੈਗਾ ਹੀ ਹੈ ਨਾ। ਸਰੀਰ ਅੱਗੇ ਨਹੀਂ ਜਾਂਦਾ। ਸੋ ਆਓ ਹਮਾਰੇ ਪਾਸ, ਭਾਵ ਅਕਾਲ ਪੁਰਖ ਇਹ ਗੱਲ ਕਹਿ ਰਿਹਾ ਕਿ ਮਨ ਬੁੱਧੀ ਨੂੰ, ਕਿ ਆਓ ਹਮਾਰੇ ਪਾਸ, ਕਿ ਤੁਸੀਂ ਹੁਕਮ ਵਿੱਚ ਰਹੋ। ਹੋ ਸਭਨਾ ਕੀ ਰੇੜਕਾ, ਭਾਵ ਏਕ ਓਂਕਾਰ ਜਿਹੜਾ ਅਕਾਲ ਮੂਰਤ ਹੈ, ਉਹਦੇ ਵਾਲੇ ਗੁਣ ਧਾਰਨ ਕਰੋ ਤੇ ਅਕਾਲ ਮੂਰਤ ਬਣ ਕੇ ਵਾਪਸ ਆਪਣੇ ਨਿਜ ਘਰ ਵਿੱਚ ਜਾਓ। ਸੋ ਆਪਾਂ ਗੁਰਬਾਣੀ ਤੋਂ ਵੀ ਸੋਝੀ ਲੈਂਦੇ ਹਾਂ, ਗੁਰਬਾਣੀ ਤੋਂ ਪੁੱਛਦੇ ਹਾਂ ਵੀ ਸੱਚੇ ਪਾਤਸ਼ਾਹ ਕੋਈ ਹੋਰ ਬਚਨ ਦੱਸੋ, ਸੋਝੀ ਕਰਵਾਓ। ਅੰਗ 99 ਦੇ ਉੱਪਰ ਪਾਤਸ਼ਾਹ ਕਹਿੰਦੇ, ਅਕਾਲ ਮੂਰਤ ਅਜੂਨੀ ਸੰਭਉ, ਮਨ ਸਿਮਰਤ ਠੰਡਾ ਥੀਵੈ ਜੀਉ। ਜਦੋਂ ਇਹ ਜੀਵ ਅਕਾਲ ਮੂਰਤ ਹੋ ਗਿਆ, ਕਾਲ ਤੋਂ ਰਹਿਤ ਹੋ ਗਿਆ, ਤਾਂ ਫਿਰ ਕੀ ਹੁੰਦਾ? ਕਾਟੀ ਕਾਲ ਪੈ ਫਾਸੀ। ਤਾਂ ਇਹਦੇ ਅੰਦਰ ਜਿਹੜੀ ਕਾਲ ਦੀ ਫਾਸੀ ਪਈ ਹੋਈ ਹੈ, ਇਹਦੀ ਇੱਛਾ ਹੀ ਇਹਨੂੰ ਫਸਾ ਲੈਂਦੀ ਹੈ। ਜਿਵੇਂ ਸਾਡੇ ਬਿਆਨ ਹੀ ਸਾਨੂੰ ਫਸਾਉਂਦੇ ਆ, ਕਿਉਂਕਿ ਅਸੀਂ ਮਾਇਆ ਦੇ ਵਿੱਚ ਕੁਝ ਮੰਨਦੇ ਹਾਂ। ਤੇ ਜਦੋਂ ਸਾਡੀ ਜੋਤੀ ਨੇ, ਭਾਵ ਕਿ ਆਤਮਾ ਨੇ ਸੱਚਖੰਡ ਵਾਲੇ ਅੱਗੇ ਪੇਸ਼ ਹੋਣਾ, ਇਹਨੇ ਜੋ ਕੁਝ ਮੰਨਿਆ ਹੋਇਆ ਮਾਇਆ ਦੇ ਨੇ, ਉਹੀ ਉਹਨਾਂ ਨੂੰ ਦੱਸਣਾ। ਉਹਨਾਂ ਨੇ ਸਾਨੂੰ ਸਾਡੇ ਬਿਆਨਾਂ ਦੇ ਵਿੱਚ ਹੀ ਫਸਾ ਲੈਣਾ ਕਿ ਤੂੰ ਤਾਂ ਜੋਤ ਸਰੂਪ ਸੀ, ਤੂੰ ਮਾਇਆ ਨੂੰ ਆਪਣੀ ਕਿਉਂ ਮੰਨਿਆ? ਜਿਹੜਾ ਸੰਸਾਰ ਦੇ ਵਿੱਚੋਂ ਤੂੰ ਆਇਆ, ਉਹ ਸੰਸਾਰ ਤੇਰਾ ਨਹੀਂ ਸੀ। ਜੇ ਤੇਰਾ ਹੁੰਦਾ ਫਿਰ ਤੂੰ ਉੱਥੇ ਕਿਉਂ ਨਹੀਂ ਰਿਹਾ? ਉਹਨਾਂ ਨੇ ਤੈਨੂੰ ਕਿਉਂ ਨਹੀਂ ਰੱਖਿਆ? ਫਿਰ ਇਹਦੇ ਕੋਲ ਕੋਈ ਵੀ ਉੱਤਰ ਨਹੀਂ ਹੁੰਦਾ, ਜਵਾਬ ਨਹੀਂ ਹੁੰਦਾ, ਕਿਉਂਕਿ ਜਵਾਬ ਤਾਂ ਨਹੀਂ ਹੈ। ਜਵਾਬ ਤਾਂ ਇਹਨੇ ਇੱਥੋਂ ਲੈਣੇ ਸੀਗੇ। ਆਇਆ ਤਾਂ ਇਹ ਜਵਾਬ ਲੈਣ ਵਾਸਤੇ ਹੋਇਆ। ਜਵਾਬ ਲੱਭ ਕੇ ਉਹਨਾਂ ਸਵਾਲਾਂ ਦੇ ਜਵਾਬ ਦੇਣੇ ਸੀ। ਗੁਰਬਾਣੀ ਸਵਾਲ ਕਰਦੀ ਹੈ, ਗੁਰਬਾਣੀ ਦੇ ਸਵਾਲਾਂ ਦੇ ਜਵਾਬ ਦੇਣੇ। ਗੁਰਬਾਣੀ ਨੇ ਸਵਾਲ ਕੀਤਾ, ਇੱਕ ਓੰਕਾਰ, ਕਿ ਇੱਕ ਓੰਕਾਰ ਕੀ ਹੈ ਦੱਸ। ਹੁਣ ਇਹਨੇ ਜਵਾਬ ਦਾ ਕੋਈ ਨਹੀਂ ਦਿੱਤਾ ਵੀ ਇੱਕ ਓੰਕਾਰ ਕੀ ਹੈ। ਇਹ ਪੜ੍ਹਨ ਲੱਗ ਗਏ ਕਿ ਓੰਕਾਰ ਸਤਨਾਮ। ਉਹਨੇ ਸਵਾਲ ਕੀਤਾ ਵੀ ਸੱਤ ਕੀ ਚੀਜ਼ ਹੈ। ਜਿਵੇਂ ਇੱਕ ਟੀਚਰ ਬੱਚੇ ਨੂੰ ਪੁੱਛਦਾ ਹੈ ਕਿ ਦੇਸ਼ ਦਾ ਰਾਸ਼ਟਰੀ ਪੰਛੀ ਕੀ ਹੈ, ਤੇ ਜੇ ਹੁਣ ਬੱਚਾ ਉਹੀ ਜਵਾਬ ਦੇ ਦੇਵੇ ਟੀਚਰ ਨੂੰ ਵੀ ਦੇਸ਼ ਦਾ ਰਾਸ਼ਟਰੀ ਪੰਛੀ ਕੀ ਹੈ, ਕੀ ਟੀਚਰ ਪ੍ਰਸੰਨ ਹੋਊਗਾ? ਹੇ ਮੇਰੇ ਮਨਾ, ਤੂੰ ਵੀ ਕੁਛ ਇਸ ਤਰ੍ਹਾਂ ਹੀ ਕਰਨ ਲੱਗ ਗਿਆ। ਗੁਰਬਾਣੀ ਤੇ ਤੋਂ ਕੁਛ ਪੁੱਛਦੀ ਹੈ, ਤੂੰ ਉਹਨਾਂ ਦਾ ਜਵਾਬ ਦੇਣਾ ਹੈ। ਔਰ ਉਹਦਾ ਜਵਾਬ ਵੀ ਗੁਰਬਾਣੀ ਦੇ ਅੰਦਰ ਹੀ ਦਿੱਤਾ ਹੋਇਆ। ਜਿਵੇਂ ਦੇਸ਼ ਦਾ ਰਾਸ਼ਟਰੀ ਪੰਛੀ ਕੀ ਹੈ, ਨਾਲ ਆਪਸ਼ਨ ਵੀ ਹੈ, ਕਾਂ, ਮੋਰ, ਬਾਜ, ਕਬੂਤਰ। ਹੁਣ ਉੱਥੇ ਸਾਡੀ ਬੁੱਧੀ ਨੇ ਕੰਮ ਕਰਨਾ ਕਿ ਅਸਲ ਵਿੱਚ ਦੇਸ਼ ਦਾ ਰਾਸ਼ਟਰੀ ਪੰਛੀ ਕੀ ਹੈ।
ਜੇ ਤਾਂ ਬੁੱਧੀ ਦੇ ਵਿੱਚ ਸੁਗਿਆਨ ਹੈ ਤਾਂ ਦੱਸੂਗਾ ਵੀ ਮੋਰ ਹੈ, ਤੇ ਜੇ ਬੁੱਧੀ ਨੇ ਆਈਡੀਆ ਲਾਇਆ ਤਾਂ ਆਈਡੀਆ ਦੇ ਵਿੱਚ ਕਦੇ ਉਹ ਤੋਂ ਸੁਣ ਲਿਆ ਕਦੇ ਉਹ ਤੋਂ ਸੁਣ ਲਿਆ, ਕਨਫਿਊਜ਼ਨ ਹੋ ਕੇ ਉੱਤਰ ਦਿੱਤਾ ਤਾਂ ਗਲਤ ਹੋ ਜਾਣਾ। ਇਸੇ ਤਰ੍ਹਾਂ ਹੇ ਮੇਰੇ ਮਨਾ, ਜਦੋਂ ਇੱਕ ਓੰਕਾਰ ਸ਼ਬਦ ਹੈ, ਇਹਦਾ ਜੇ ਅਸਲੀ ਅਰਥ ਗੁਰਬਾਣੀ ਤੋਂ ਪੁੱਛਦਾ ਫਿਰ ਤਾਂ ਸਹੀ ਆ ਜਾਣਾ ਸੀ। ਹੁਣ ਅਰਥ ਪੁੱਛ ਲਿਆ ਬਾਹਰੋਂ, ਹੁਣ ਬਾਹਰੋਂ ਆਈਡੀਆ ਲਾ ਲਏ ਵੀ ਇੱਕ ਕੋਈ ਕੁਛ ਕਹਿੰਦਾ, ਕੋਈ ਕੁਛ ਕਹਿੰਦਾ, ਕੋਈ ਕੁਛ ਕਹਿੰਦਾ, ਜਦ ਕਿ ਗੁਰਬਾਣੀ ਸਿੱਧੇ ਕਹਿੰਦੀ ਹੈ ਇੱਕ ਹੋਏ ਤਾਂ ਉਗਵੈ, ਕਿ ਤੂੰ ਇੱਕ ਹੋਣਾ। ਜੇ ਤੂੰ ਇੱਕ ਹੋ ਜਾਵੇਂ ਤਾਂ ਫਿਰ ਤੈਨੂੰ ਉਗਵੈ, ਭਾਵ ਕਿ ਤੂੰ ਪਾਸ ਹੋ ਸਕਦਾ ਹੈ। ਜੇ ਬੱਚਾ ਸਵਾਲ ਦਾ ਜਵਾਬ ਸਹੀ ਦੇ ਦੇਵੇ ਤਾਂ ਉਹਨੂੰ ਨੰਬਰ ਮਿਲਣਗੇ, ਪਾਸ ਹੋ ਜਾਊਗਾ। ਜੇ ਹੁਣ ਸਵਾਲ ਹੀ ਗਲਤ, ਜਵਾਬ ਹੀ ਗਲਤ ਦਿੱਤਾ ਤੇ ਫਿਰ ਤਾਂ ਕੋਈ ਨੰਬਰ ਨਹੀਂ ਮਿਲੇਗਾ। ਸੋ ਸਾਡੀ ਸੰਸਾਰੀ ਭਾਸ਼ਾ ਵਿੱਚ ਵੀ ਇਹ ਗੱਲਾਂ ਚੱਲਦੀਆਂ ਨੇ, ਇਹੀ ਕੁਛ ਅਸੀਂ ਸਿੱਖਣਾ ਹੈ। ਸੋ ਗੁਰਬਾਣੀ ਵੀ ਸ਼ਬਦਾਂ ਦੇ ਵਿੱਚ ਹੀ ਹੈ। ਅੱਖਰੀ ਨਾਮ ਅੱਖਰੀ ਸਦਾ, ਅੱਖਰੀ ਗਿਆਨ ਗੀਤ ਗੁਣ ਗਾ, ਸਿੱਧਾ ਲਿਖਿਆ ਪਾਤਸ਼ਾਹ ਨੇ। ਇਹ ਮੇਰੇ ਮਨਾ ਤੂੰ ਛੁੱਟ ਨਹੀਂ ਸਕਦਾ, ਇਹ ਅੱਖਰਾਂ ਦੇ ਵਿੱਚ ਤੈਨੂੰ ਕੁਝ ਦਿੱਤਾ ਹੈ, ਇਹਦੇ ਵਿੱਚੋਂ ਤੈਨੂੰ ਬੁੱਝਣਾ ਪਊਗਾ। ਹੁਣ ਬੁੱਝ ਤਾਂ ਹੋਊਗਾ ਜੇ ਸਾਰੀ ਗੁਰਬਾਣੀ ਦੀ ਸੋਝੀ ਹੋਊਗੀ। ਇਹ ਤਾਂ ਹੈ ਨਹੀਂ ਵੀ ਤੂੰ ਇੱਕ ਅੱਖਰ ਤੋਂ ਕੋਈ ਚੀਜ਼ ਬੁੱਝ ਜਾਏਗਾ। ਇੱਕ ਦੋ ਸ਼ਬਦਾਂ ਦਾ ਵੀ ਅਰਥ ਅਸੀਂ ਇਸ ਤਰੀਕੇ ਨਾਲ ਕਰ ਲਿਆ, ਜਿਵੇਂ ਸੁਖਮਨੀ ਦੇ ਵਿੱਚ ਕਹਿੰਦੇ ਆ ਪਾਤਸ਼ਾਹ, ਕਿਨਕਾ ਏਕ ਜਿਸ ਜੀਵ ਵਸਾਵੈ ਤਾਂ ਕਿ ਮਹਿਮਾ ਗਨੀ ਨਾ ਹੋਵੇ। ਹੁਣ ਕਿਨਕਾ ਏਕ, ਇੱਕ ਹੋਣਾ ਜਦੋਂ, ਫਿਰ ਵੀ ਇਸ ਜੋਤੀ ਨੇ ਕਿਨਕਾ ਸਰੂਪ ਹੀ ਹੋਣਾ, ਭਾਵ ਕਿ ਇਹਨੂੰ ਆਪਣੇ ਆਪ ਦੀ ਉਹ ਸੋਚੀ ਆਉਣੀ ਹੈ। ਜਿਸ ਜੀ ਵਸ ਆਵੇ, ਜਿਹਦਾ ਜੀ ਵਸ ਜਵੇ, ਮਨ ਆਪਣੇ ਮੂਲ ਦੇ ਨਾਲ, ਭਾਵ ਕਿ ਹਿਰਦੇ ਵਿੱਚ ਜਾ ਕੇ ਵਸ ਜਵੇ। ਜਿਹਦਾ ਮਨ ਆਪਣੇ ਮੂਲ ਦੇ ਨਾਲ ਇੱਕ ਹੋ ਗਿਆ, ਆਤਮਾ ਪ੍ਰਾਤਮਾ ਇੱਕ ਹੋ ਗਈ, ਤਾਂ ਕੀ ਮਹਿਮਾ, ਫਿਰ ਉਹਦੇ ਅੰਦਰ ਜਿਹੜਾ ਸ਼ਬਦ ਗੁਰੂ ਪ੍ਰਗਟ ਹੋਣਾ। ਤਾਂ ਕੀ ਮਹਿਮਾ, ਮਹਿਮਾ ਸ਼ਬਦ ਗੁਰੂ ਦੀ ਹੈ। ਜਿਵੇਂ ਬੀਜ ਬੀਜਿਆ, ਬੀਜ ਦੇ ਅੰਦਰੋਂ ਬੂਟਾ ਪੈਦਾ ਹੋਇਆ, ਅਸੀਂ ਮਹਿਮਾ ਬੂਟੇ ਦੀ ਕਰਦੇ ਕਿ ਕਿੰਨਾ ਸੋਹਣਾ ਬੂਟਾ ਹੈ, ਕਿੰਨੇ ਸੋਹਣੇ ਪੱਤੇ ਹੈ, ਕਿੰਨੇ ਸੋਹਣੇ ਟਾਹਣੀਆਂ ਨੇ, ਕਿੰਨੇ ਸੋਹਣੇ। ਬੀਜ ਦੀ ਤਾਂ ਕੋਈ ਕਰਦਾ ਹੀ ਨਹੀਂ ਹੈਗਾ। ਇਸੇ ਤਰ੍ਹਾਂ ਹੀ ਜਦੋਂ ਆਤਮਾ ਪ੍ਰਾਤਮਾ ਇੱਕ ਹੋ ਜਾਂਦੀਆਂ ਨੇ, ਇਹ ਬੀਜ ਸਾਬਤ ਹੁੰਦਾ ਹੈ, ਇਹ ਦਾਲ ਰੂਪ ਦੇ ਵਿੱਚ ਹੈ। ਦਾਲ ਤੋਂ ਜਦੋਂ ਇੱਕ ਹੁੰਦਾ, ਸਾਬਤ ਹੁੰਦਾ, ਫਿਰ ਇਹਦੇ ਅੰਦਰੋਂ ਪ੍ਰਗਟ ਹੁੰਦਾ, ਤਾਂ ਕਿ ਮਹਿਮਾ ਕਹੀ ਕਹੀ ਨਾ ਜਾਵੇ। ਉਹ ਨਹੀਂ ਫਿਰ ਇਹਦਾ ਵਿਖਿਆਨ ਕੀਤਾ ਜਾਂਦਾ ਜਦੋਂ ਜੀਵ ਇੱਕ ਹੋ ਕੇ ਸੱਚ ਬੋਲਦਾ। ਉਹਦੇ ਸੱਚ ਦੀ ਜਿਹੜੀ ਮਹਿਮਾ ਹੈ ਉਹਨੂੰ ਨਹੀਂ ਕੋਈ ਵਰਣਨ ਕਰ ਸਕਦਾ, ਗੁਰਬਾਣੀ ਦੇ ਕੋਈ ਜਵਾਬ ਦੇਵੇ। ਅੱਜ ਵੀ ਜੇ ਕਿਸੇ ਦੇ ਹਿਰਦੇ 'ਚ ਸ਼ਬਦ ਗੁਰੂ ਪ੍ਰਗਟ ਹੋਊਗਾ, ਉਹ ਸਟੈਂਡਰਡ ਹੈ ਕਿ ਉਹ ਵੀ ਗੁਰਬਾਣੀ ਦੇ ਨਾਲ ਦੀ ਉਹ ਗੱਲ ਕਰੂਗਾ, ਗੁਰਬਾਣੀ ਤੋਂ ਅੱਗੇ ਪਿੱਛੇ ਨਹੀਂ ਗੱਲ ਕਰ ਸਕਦਾ। ਸੇਮ ਟੂ ਸੇਮ ਗੁਰਬਾਣੀ ਵਾਲੀ ਗੱਲ ਕਰੂ। ਜਾਂ ਤਾਂ ਗੁਰਬਾਣੀ ਉਵੇਂ ਅਰਥਾਊਗਾ ਤੇ ਜਾਂ ਗੁਰਬਾਣੀ ਲਿਖੂਗਾ। ਤਿੰਨ ਪਾਤਸ਼ਾਹੀਆਂ ਨੇ ਗੁਰਬਾਣੀ ਅਰਥਾਈ ਹੈ ਸੇਮ ਟੂ ਸੇਮ, 6ਵੇਂ 7ਵੇਂ 8ਵੇਂ 9ਵੇਂ ਪਾਤਸ਼ਾਹ ਨੇ ਫਿਰ ਗੁਰਬਾਣੀ ਲਿਖੀ ਹੈ। ਸੋ ਜਿਹੜਾ ਅਕਾਲ ਮੂਰਤ ਹੈ, ਜਿਹਦੇ ਅੰਦਰ ਅਕਾਲ ਵਾਲੇ ਪੂਰੇ ਗੁਣ ਨੇ, ਅਕਾਲ ਮੂਰਤ ਅਜੂਨੀ ਸੰਭੋ ਮਨ ਸਿਮਰਤ ਠੰਡਾ ਥੀਵੈ ਜੀਓ। ਅਕਾਲ ਮੂਰਤ ਹੈ ਉਹ, ਔਰ ਉਹਦੇ ਅੰਦਰ ਅਜੂਨੀ ਵਾਲਾ ਗੁਣ ਵੀ ਆ ਜਾਣਾ। ਜਦੋਂ ਅਕਾਲ ਮੂਰਤ ਬਣਾ, ਜੂਨੀ ਤੋਂ ਰਹਿਤ ਹੋ ਜਾਣਾ। ਹੁਣ ਜੂਨੀ ਦੇ ਅੰਦਰ ਹੈ ਜੋਤੀ, ਫਿਰ ਜੂਨੀ ਤੋਂ ਰਹਿਤ ਹੈ। ਸੰਭਾਉ, ਹੁਣ ਸਹਿਭੰਗ ਸ਼ਬਦ ਆਉਂਦਾ, ਇੱਕ ਸੰਭਾਉ ਸ਼ਬਦ ਆਉਂਦਾ। ਇੱਥੇ ਸੰਭਾਉ ਸ਼ਬਦ ਹੈ ਕਿ ਸਵੈਮ ਜੀਵ ਨੇ ਹੀ ਇਹ ਭਾਉ ਪੈਦਾ ਕਰਨਾ। ਇਹ ਭੁੱਖ ਜੀਵ ਨੇ ਆਪਣੇ ਅੰਦਰ ਪੈਦਾ ਕਰਨੀ ਹੈ। ਜਦੋਂ ਜੀਵ ਦੇ ਅੰਦਰ ਇਹ ਭੁੱਖ ਪੈਦਾ ਹੋ ਗਈ ਕਿ ਮੈਂ ਤਾਂ ਸਵੈਮ ਹੀ ਜੋਤ ਸਰੂਪ ਹੈ, ਫਿਰ ਮੈਂ ਮਾਇਆ ਨਾਲ ਕਿਉਂ ਜੁੜ ਗਿਆ। ਫਿਰ ਮਨ ਸਿਮਰਤ, ਫਿਰ ਮਨ ਦੇ ਵਿੱਚ ਜਿਹੜਾ ਸਿਮਰਤ ਹੈ, ਸਿਮਰਤ ਹੁੰਦਾ ਮਨ ਦਾ, ਉਹਦੇ ਵਿੱਚ ਸਮਾ ਜਾਣਾ। ਫਿਰ ਮਨ ਆਪਣੇ ਮੂਲ 'ਚ ਸਮਾਉਂਦਾ ਹੈ, ਤੇ ਜਦੋਂ ਸਮਾਉਂਦਾ ਠੰਡਾ ਥੀਵੈ, ਫਿਰ ਉੱਥੇ ਸ਼ਾਂਤੀ ਹੈ। ਬਾਹਰ ਮਨ ਨੂੰ ਕੀ ਸੀ, ਤ੍ਰਿਸ਼ਨਾ, ਅੱਗ। ਪਹਿਲਾਂ ਅੱਗ 'ਚ ਸੜਦਾ,
ਹੁਣ ਠੰਡਾ ਠਾਰ ਹੈ, ਹਿਰਦਾ ਬਹੁਤ ਠੰਡਾ ਹੈ, ਹਿਵੇ ਘਰ ਦੇ ਅੰਦਰ ਬੈਠਾ, ਮਨ ਸਿਮਰਤ ਹੈ, ਕਿਉਂਕਿ ਮਨ ਨੇ ਹੀ ਆਪਣੇ ਮੂਲ ਨਾਲ ਸਮਾਉਣਾ ਹੈ, ਉਹਦੇ ਵਿੱਚੋਂ ਨਹੀਂ ਰਤਨਾ ਜਾ ਕੇ। ਤੇ ਕਾਟੀ ਕਾਲ ਪੈ ਫਾਸੀ, ਫਿਰ ਕਾਲ ਤੋਂ ਫਾਸੀ ਕੱਟੀ ਗਈ। ਤਾਂ ਅਜੂਨੀ ਵੀ ਹੈ, ਜੂਨੀ ਤੋਂ ਰਹਿਤ ਹੈ। ਸਹਿ ਭੰਗ ਹੁੰਦਾ, ਸਹਿ ਭੰਗ ਸਵੈਮ ਆਪਣੇ ਅੰਦਰ ਇਹ ਚੀਜ਼ ਦੀ ਭੁੱਖ ਪੈਦਾ ਕਰਨੀ। ਹੁਣ ਭੁੱਖ ਕਾਹਦੀ ਹੈ? ਸਵੈਮ ਦੇ ਅੰਦਰ ਮਾਇਆ ਦੀ ਹੈ। ਜਿੰਨਾ ਚਿਰ ਮਾਇਆ ਦੀ ਭੁੱਖ ਹੈ ਉਹਨਾਂ ਚਿਰ ਦੋ ਹਿੱਸਿਆਂ 'ਚ ਹੈ। ਜਦੋਂ ਮਾਇਆ ਦੀ ਭੁੱਖ ਛੱਡ ਕੇ ਸੱਚ ਦੀ ਭੁੱਖ ਪੈਦਾ ਕਰ ਲਈ, ਭਾਵ ਕਿ ਆਪਣੇ ਆਪੇ ਨੂੰ ਜਾਣਨ ਲੱਗ ਗਿਆ, ਆਪਣੇ ਆਪ ਨੂੰ ਸਵਾਰਨ ਲੱਗ ਗਿਆ, ਤੇ ਫਿਰ ਸ਼ੁੱਧ ਸਰੂਪ ਹੈ, ਇੱਕ ਹੈ। ਤਾਂ ਹੀ ਪਾਤਸ਼ਾਹ ਨੇ ਆਖਿਆ ਨਾ, ਆਤਮਾ ਪ੍ਰਾਤਮਾ ਇੱਕੋ ਕਰੇ, ਇੱਕ ਨੇ ਹੁਣ। ਤੇ ਮਨ ਸਿਮਰਤ ਠੰਡਾ ਥੀ ਵੈ ਜੀ, ਮਨ ਸ਼ੁੱਧ ਸਰੂਪ ਹੈ, ਸਿਮਰਤ ਹੈ, ਉਹਦੇ ਵਿੱਚ ਸਮਾਇਆ ਹੈ, ਹੁਕਮੀ ਬਣਿਆ ਹੈ, ਜੋ ਹੁਕਮ ਕਹਿੰਦਾ ਉਹੀ ਕੁਛ ਕਰਦਾ। ਹੁਕਮੀ ਬੰਦਾ ਹੋਏ ਕਹਿ ਸਾਹਿਬ ਦੇ ਹੁਕਮੇ ਵਿੱਚ ਰਹਿਣਾ, ਉਹਦੇ ਹੁਕਮ ਵਿੱਚ ਬਤੀਤ ਕਰ ਰਿਹਾ ਸਮਾਂ। ਅੰਗ 915 ਦੇ ਉੱਪਰ ਵੀ ਪਾਤਸ਼ਾਹ ਕਹਿੰਦੇ ਆ, ਅਕਾਲ ਮੂਰਤ ਅਜੂਨੀ ਸੰਭਾਉ ਕਲ ਅੰਧਿਆਰ ਦੀ ਪਾਈ। ਕਿ ਜਦੋਂ ਅਕਾਲ ਮੂਰਤ ਹੁੰਦਾ, ਅਜੂਨੀ ਵੀ ਨਾਲ ਹੀ ਹੁੰਦਾ, ਇਹ ਗੁਣ ਸਾਰੇ ਹੀ ਆ ਜਾਂਦੇ ਉਸੇ ਵੇਲੇ। ਇਹੀ ਤਾਂ ਗੁਣ ਗਲੇ ਹੋਏ ਨੇ। ਨਿਰਭਉ ਹੈ ਨਹੀਂ ਅਸੀਂ, ਨਿਰਵੈਰ ਹੈ ਨਹੀਂ ਅਸੀਂ, ਅਕਾਲ ਮੂਰਤ ਹੈ ਨਹੀਂ, ਅਜੂਨੀ ਹੈ ਨਹੀਂ। ਇਹ ਚਾਰੇ ਗੁਣ ਗਲੇ ਨੇ, ਚਾਰੇ ਦੁਬਾਰਾ ਸਰਜੀਤ ਹੋ ਜਾਂਦੇ ਆ ਜਦੋਂ ਇੱਕ ਹੁੰਦਾ। ਇੱਕ ਹੋਣ ਦੀ ਸਾਰੀ ਇਹ ਨਿਰਭਉ ਹੈ, ਕੋਈ ਭੈ ਹੀ ਨਹੀਂ ਹੈਗਾ, ਨਿਰਵੈਰ ਹੈ, ਅਕਾਲ ਮੂਰਤ ਹੈ, ਅਜੂਨੀ ਹੈ। ਇਹ ਜੀਵ ਦੀ ਗੱਲ ਹੈ, ਨਾ ਕਿ ਪਰਮੇਸ਼ਰ ਦੀ ਗੱਲ ਹੈ। ਪਰਮੇਸ਼ਰ ਵੱਲੋਂ ਤਾਂ ਬਾਣੀ ਆਈ ਹੈ। ਕੱਲ ਅੰਧਿਆਰ ਦੀ ਪਾਈ, ਕਹਿੰਦੇ ਫਿਰ ਕੱਲ ਹੈ ਜਿਹੜੀ ਕਲਪਨਾ ਸੀ, ਉਹਦੇ ਅੰਧਿਆਰ ਸੀ, ਭਰਮ ਸੀ, ਉਹਦੇ ਅੰਦਰ ਕੀ ਹੈ? ਦੀਪਾਈ, ਰੌਸ਼ਨੀ ਹੈ। ਗੁਰਬਾਣੀ ਇਸ ਜੱਗ ਮਹਿ ਚਾਨਣ, ਕਰਮ ਵਸੈ ਮਨ ਆਏ, ਮਨ ਦੇ ਅੰਦਰ। ਅੰਗ 1041 ਉੱਪਰ ਵੀ ਪਾਤਸ਼ਾਹ ਕਹਿੰਦੇ, ਆਪੀ ਅਤੀਤ ਅਜੋਨੀ ਸੌਂਪੋ ਨਾਨਕ ਗੁਰਮਤਿ ਸੋ ਪਾਇਆ। ਕਹਿੰਦੇ ਆਪੀ ਅਤੀਤ, ਫਿਰ ਤੈਨੂੰ ਆਪਣੇ ਆਪ ਦਾ ਅਤੀਤ ਪਤਾ ਲੱਗ ਜਾਣਾ ਵੀ ਮੈਂ ਕਿੱਥੋਂ ਆਇਆ ਹੋਇਆ, ਮੈਂ ਕੀ ਹਾਂ। ਫਿਰ ਆ ਜੋਨੀ, ਫਿਰ ਜੋਨੀ ਤੋਂ ਰਹਿਤ ਹੋ ਗਿਆ। ਸੰਭਉ, ਹੁਣ ਇੱਥੇ ਸਹਿ ਭੰਗ ਨਹੀਂ ਸ਼ਬਦ, ਸੰਭਉ ਸ਼ਬਦ ਹੈ। ਸਵੈਮ ਜੀ ਦੇ ਅੰਦਰ ਸੱਚ ਦੀ ਭੁੱਖ ਹੈ, ਉਹ ਨਾਨਕ ਹੈ। ਕਿੱਥੋਂ ਪ੍ਰਾਪਤੀ ਹੁੰਦੀ ਹੈ? ਗੁਰਮਤਿ ਸੋ ਪਾਇਆ, ਜਿਹਨੇ ਆਪਣੇ ਮੂਲ ਦਾ ਗਿਆਨ ਪ੍ਰਾਪਤ ਕਰ ਲਿਆ, ਜਿਹਨੇ ਆਪਣੇ ਆਪੇ ਦੀ ਸੋਝੀ ਪ੍ਰਾਪਤ ਕਰ ਲਈ, ਜਿਹੜਾ ਗੁਰਬਾਣੀ ਤੋਂ ਆਪਣੇ ਆਪ ਦੀ ਸੋਝੀ ਲੈਣ ਲੱਗ ਪਿਆ, ਉਹ ਅਕਾਲ ਮੂਰਤ ਹੈ। ਅਕਾਲ ਮੂਰਤ ਹੋ ਕੇ ਉਹ ਇਸ ਭਵ ਸਾਗਰ ਦੇ ਵਿੱਚੋਂ ਸਰੀਰ ਛੱਡ ਕੇ ਸੱਚਖੰਡ ਵਿੱਚ ਸਦਾ ਲਈ ਹੋ ਜਾਂਦਾ। ਪਰ ਜਿੰਨਾ ਚਿਰ ਉਹ ਸਰੀਰ 'ਚ ਰਹਿੰਦਾ, ਉਹ ਸਰੀਰ 'ਚ ਰਹਿੰਦਾ ਵੀ ਅਕਾਲ ਮੂਰਤ ਹੈ, ਕਿਉਂਕਿ ਭਾਣੇ 'ਚ ਰਹਿੰਦਾ, ਉਹ ਉਹਦੀ ਰਜਾ 'ਚ ਵਰਤਦਾ। ਜੋ ਉਹਦਾ ਭਾਣਾ ਵਰਤਦਾ ਉਹਨੂੰ ਪ੍ਰਸੰਨ ਹੋ ਕੇ ਉਸ ਕਬੂਲ ਕਰਦਾ। ਇਸੇ ਕਰਕੇ ਉਹ ਸੱਚਖੰਡ ਦੇ ਅੰਦਰ ਪ੍ਰਵਾਨ ਗਿਣਿਆ ਜਾਂਦਾ। ਸੋ ਇੱਥੋਂ ਤੱਕ ਜੋ ਅਕਾਲ ਮੂਰਤ ਦੀ ਵਿਚਾਰ ਸੀ ਆਪਾਂ ਨੇ ਕੀਤੀ ਹੈ। ਫਿਰ ਵੀ ਬੇਅੰਤ ਭੁੱਲਾਂ ਹੋ ਜਾਂਦੀਆਂ ਨੇ, ਗੁਨਾਹਗਾਰ ਹਾਂ, ਮੈਂ ਕੋਈ ਐਡਾ ਗਿਆਨੀ ਨਹੀਂ। ਸੋ ਫਿਰ ਵੀ ਜੇ ਕਿਸੇ ਉੱਪਰ ਹੋਰ ਵੀ ਬਹੁਤ ਬਖਸ਼ਿਸ਼ ਹੈ ਸਤਿਗੁਰੂ ਦੀ, ਤਾਂ ਉਹ ਜ਼ਰੂਰ ਦਾਸ ਨਾਲ ਸਾਂਝ ਪਾਵੇ, ਤਾਂ ਕਿ ਮੇਰਾ ਵੀ ਭਲਾ ਹੋ ਸਕੇ। ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ